ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿਗੁਰੂ ਕਲਾਸਿਸ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ ਜੋ ਹਿਸਟਰੀ ਦੀ ਮੈਂ ਸੀਰੀਜ਼ ਸ਼ੁਰੂ ਕੀਤੀ ਹੋਈ ਸੀ, ਉਸ ਸੀਰੀਜ਼ ਨੂੰ ਆਪਾਂ ਅੱਗੇ ਚਲਾਉਂਦੇ ਹੋਏ ਹੁਣ ਤੱਕ 1907 ਤੱਕ ਆਪਾਂ ਹਿਸਟਰੀ ਕਵਰ ਕਰ ਚੁੱਕੇ ਹਾਂ। ਅੱਜ ਆਪਾਂ 1908 ਤੋਂ ਸਟੱਡੀ ਕਰਨਾ ਹੈ ਹਿਸਟਰੀ ਨੂੰ, ਔਰ ਜੋ 1908 ਦੀ ਹਿਸਟਰੀ ਹੈ ਉਹ ਕਿਉਂ ਇੰਪੋਰਟੈਂਟ ਹੈ ਆਪਾਂ ਸਭ ਕੁਝ ਡਿਸਕਸ ਕਰਾਂਗੇ। ਈਅਰ ਵਾਈਜ਼ ਸ਼ੁਰੂ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਵੀ ਆਪਾਂ ਹਿਸਟਰੀ ਨੂੰ ਈਅਰ ਵਾਈਜ਼ ਕਵਰ ਕਰਦੇ ਹਾਂ ਨਾ, ਤਾਂ ਆਪਣਾ ਮਾਈਂਡ ਸੈੱਟ ਹੋ ਜਾਂਦਾ ਹੈ ਕਿ ਉਹ ਸਾਲ ਹੈ ਜਿਹੜਾ ਉਹ ਕਿਉਂ ਹਿਸਟਰੀ ਦੇ ਵਿੱਚ ਇੰਪੋਰਟੈਂਸ ਰੱਖਦਾ ਹੈ, ਤਾਂ ਉਸ ਨਾਲ ਇਮੇਜ ਪ੍ਰੋਪਰ ਮਾਈਂਡ ਦੇ ਵਿੱਚ ਇੱਕ ਕਲੀਅਰ ਹੋ ਜਾਂਦੀ ਹੈ। ਤਾਂ ਇਸ ਕਰਕੇ ਆਪਾਂ ਈਅਰ ਵਾਈਜ਼ ਕਰਾਂਗੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਔਰ ਵੀਡੀਓ ਨੂੰ ਲਾਈਕ ਵੀ ਕਰਨਾ ਹੈ। ਠੀਕ ਹੈ ਜੀ, ਚਲੋ ਆਪਾਂ ਕਰਦੇ ਹਾਂ 1908 ਦਾ ਈਅਰ ਕਿਉਂ ਇੰਪੋਰਟੈਂਟ ਹੈ ਆਪਣੀ ਮਾਡਰਨ ਹਿਸਟਰੀ ਦੇ ਵਿੱਚ। ਦੇਖੋ 1908 ਦੇ ਵਿੱਚ ਕੀ ਹੋਇਆ ਸੀ, ਖੁਦੀਰਾਮ ਬੋਸ ਨੂੰ ਫਾਂਸੀ ਦਿੱਤੀ ਗਈ ਸੀ। ਉਹਨੇ ਖੁਦੀਰਾਮ ਬੋਸ ਕੀ ਸੀ, ਇਹਨਾਂ ਕੀ ਕੇਸ ਸੀ, ਇਹਦੇ ਨਾਲ ਕੀ ਹੋਰ ਕੋਈ ਪਰਸਨ ਸੀ, ਤਾਂ ਆਪਾਂ ਸਾਰੇ ਹੀ ਪੁਆਇੰਟਸ ਨੂੰ ਹੈ ਜਿਹੜੇ ਉਹ ਡਿਸਕਸ ਕਰਾਂਗੇ। ਠੀਕ ਹੈ, ਤਾਂ ਫਸਟ ਆਫ ਆਲ ਸਟੂਡੈਂਟਸ, ਖੁਦੀਰਾਮ ਬੋਸ ਇੱਕ ਫਰੀडम फाइटर ਹੈ। ਇਨ ਕੇਸ ਕੀ ਸੀ ਕਿ ਇਹਨੇ ਇੱਕ ਮੈਜਿਸਟ੍ਰੇਟ ਹੈ ਜਿਹੜਾ ਉਸ ਨੂੰ ਗੋਲੀ ਮਾਰੀ ਸੀ। ਠੀਕ ਹੈ, ਵੀ ਉਹਨੂੰ ਅਟੈਂਪਟ ਕੀਤਾ ਸੀ ਮਾਰਨ ਦਾ, ਬਟ ਉਹ ਐਕਚੁਅਲ 'ਚ ਮਰਿਆ ਨਹੀਂ ਸੀ। ਹੁਣੇ ਮੈਜਿਸਟ੍ਰੇਟ ਕੀ ਨਾਮ ਸੀ, ਉਹ ਕੌਣ ਸੀ, ਉਹ ਸਾਰਾ ਕੁਝ ਆਪਾਂ ਸਟੱਡੀ ਕਰਦੇ ਹਾਂ। ਤਾਂ ਦੇਖੋ, ਖੁਦੀਰਾਮ ਬੋਸ ਤੇ ਪ੍ਰਫੁੱਲਾ ਚੱਕੀ, ਇਹ ਦੋ ਪਰਸਨ ਸੀ, ਖੁਦੀਰਾਮ ਬੋਸ ਤੇ ਪ੍ਰਫੁੱਲਾ ਚੱਕੀ। ਇਹਨਾਂ ਨੂੰ ਟਾਸਕ ਕੀ ਦਿੱਤਾ ਗਿਆ ਸੀ ਕਿ ਮੁਜ਼ੱਫਰਪੁਰ ਜੋ ਬਿਹਾਰ ਦੇ ਵਿੱਚ ਆ, ਉੱਥੇ ਇੱਕ ਮੈਜਿਸਟ੍ਰੇਟ ਹੈ, ਉਹਦਾ ਨਾਮ ਹੈ ਕਿੰਗਸਫੋਰਡ। ਉਹ ਨਾ ਪਾਰਸ਼ੈਲਿਟੀ ਕਰਦਾ ਹੈ। ਪਾਰਸ਼ੈਲਿਟੀ ਕਿਸ ਹਿਸਾਬ ਨਾਲ ਕਰਦਾ ਹੈ ਕਿ ਅੰਗਰੇਜ਼ਾਂ ਦੇ ਪੱਖ ਦੇ ਵਿੱਚ ਤਾਂ ਜਿਹੜਾ ਵੀ ਫੈਸਲਾ ਹੋਏਗਾ ਉਹ ਅੰਗਰੇਜ਼ਾਂ ਦੇ ਤਾਂ ਪੱਖ 'ਚ ਦਿੰਦਾ ਹੈ, ਤੇ ਜੇ ਉਹਨਾਂ ਨੂੰ ਸਜ਼ਾ ਵੀ ਦੇਣੀ ਹੋਵੇ ਤਾਂ ਬੜੀ ਥੋੜੀ ਦਿੰਦਾ ਹੈ। ਲੇਕਿਨ ਕਿੰਗਸਫੋਰਡ ਇੰਡੀਅਨਸ ਦੇ ਨਾਲ ਕੀ ਕਰਦਾ ਹੈ, ਸਜ਼ਾਵਾਂ ਨਾ ਬੜੀਆਂ ਸਖਤ ਦਿੰਦਾ ਹੈ। ਤਾਂ ਇਹਨਾਂ ਦੋਵਾਂ ਨੇ ਉਹਨੂੰ ਮਾਰਨ ਦਾ ਅਟੈਂਪਟ ਕੀਤਾ ਸੀ, ਤਾਂ ਐਕਚੁਅਲ ਦੇ ਵਿੱਚ ਉਹ ਮਰਿਆ ਨਹੀਂ ਸੀ, ਉਹ ਅਨਸਕਸੈਸਫੁਲ ਅਟੈਂਪਟ ਰਿਹਾ ਸੀ ਇਹਨਾਂ ਦਾ। ਲੇਕਿਨ ਇਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਸੀ ਕਿ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਮਾਰ ਦਿੱਤਾ ਜਾਵੇ, ਫਾਂਸੀ ਦੇ ਦਿੱਤੀ ਜਾਵੇ। ਤਾਂ ਪ੍ਰਫੁੱਲਾ ਚੱਕੀ ਨੇ ਸੁਸਾਈਡ ਕਰ ਲਿਆ ਸੀ ਖੁਦ, ਪ੍ਰੈਸ਼ਰ ਬਹੁਤ ਜ਼ਿਆਦਾ ਸੀ ਤਾਂ ਪ੍ਰਫੁੱਲਾ ਚੱਕੀ ਨੇ ਸੁਸਾਈਡ ਕਰ ਲਿਆ ਸੀ। ਤਾਂ ਇਸੇ ਕਰਕੇ ਪ੍ਰਫੁੱਲਾ ਚੱਕੀ ਦਾ ਨਾ ਜਿਹੜਾ ਨਾਮ ਹੈ ਉਹ ਘੱਟ ਸੁਣਨ ਨੂੰ ਮਿਲਦਾ ਹੈ ਨਿਊਜ਼ ਦੇ ਵਿੱਚ ਜਾਂ ਆਪਣੀ ਹਿਸਟਰੀ ਦੇ ਵਿੱਚ ਆਪਾਂ ਜੇ ਕਹੀਏ। ਲੇਕਿਨ ਹੀ ਵਾਜ਼ ਆਲਸੋ ਅ ਫਰੀडम फाइटर। ਲੇਕਿਨ ਜੋ ਖੁਦੀਰਾਮ ਬੋਸ ਹੈ ਇਸ ਨੂੰ ਫਾਂਸੀ ਦੇ ਦਿੱਤੀ ਗਈ ਸੀ। ਤਾਂ ਖੁਦੀਰਾਮ ਬੋਸ ਦਾ ਜਿਹੜਾ ਤੁਸੀਂ ਨਾਮ ਜ਼ਰੂਰ ਯਾਦ ਰੱਖਣਾ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਨੈਕਸਟ ਚੀਜ਼ ਆਪਾਂ ਦੇਖ ਹਿਸਟਰੀ ਆਫ 1909। ਮੈਂ ਤੁਹਾਨੂੰ ਜਿਵੇਂ ਕਿਹਾ ਸੀ ਕਿ ਮੈਂ ਤੁਹਾਨੂੰ ਹਰ ਇੱਕ ਈਅਰ ਕਵਰ ਕਰਵਾਊਂਗਾ 1857 ਤੋਂ 1947 ਤੱਕ, ਤਾਂ ਆਪਾਂ 1909 ਤੱਕ ਪਹੁੰਚੇ ਹਾਂ ਜੇ। ਤਾਂ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਕਿਉਂਕਿ ਈਅਰ ਦੇ ਨਾਲ ਹੀ ਹਿਸਟਰੀ ਯਾਦ ਰਹੇਗੀ। ਨਹੀਂ ਤਾਂ ਕੀ ਹੁੰਦਾ ਕਿ ਉਹ ਡੇਟਸ ਭੁੱਲ ਜਾਂਦੀਆਂ। ਅਕਸਰ ਸਟੂਡੈਂਟ ਕਹਿੰਦੇ ਕਿ ਡੇਟ ਭੁੱਲ ਜਾਂਦੀ ਹੈ, ਬਟ ਜੇ ਤੁਹਾਨੂੰ ਉਸ ਈਅਰ ਦਾ ਇੰਸੀਡੈਂਸ ਮਾਈਂਡ ਦੇ ਵਿੱਚ ਇੱਕ ਵਾਰੀ ਸੈੱਟ ਹੋ ਗਿਆ ਨਾ ਵੀ ਉਸ ਟਾਈਮ ਹੋਇਆ ਕੀ ਸੀ, ਤਾਂ ਤੁਸੀਂ ਕਦੇ ਨਹੀਂ ਭੁੱਲੋਗੇ। ਤਾਂ ਹਾਂਜੀ, ਆਪਾਂ ਦੇਖਦੇ ਹਾਂ ਐਕਚੁਅਲ 'ਚ ਹੋਇਆ ਕੀ ਸੀ। 1909 ਮਿੰਟੋ ਮੋਰਲੇ ਰਿਫਾਰਮ ਔਰ ਇੰਡੀਅਨ ਕੌਂਸਲ ਐਕਟ 1909। ਕੀ ਸੀ ਮਿੰਟੋ ਮੋਰਲੇ ਰਿਫਾਰਮ, ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਪਹਿਲਾਂ ਇਹ ਸਮਝੋ ਵੀ ਮਿੰਟੋ ਤੇ ਮੋਰਲੇ ਨਾਮ ਕਿਵੇਂ ਪਿਆ। ਮਿੰਟੋ ਗਵਰਨਰ ਜਨਰਲ ਆਫ ਇੰਡੀਆ ਸੀ ਜਿਹੜਾ 1905 ਤੋਂ 1910 ਤੱਕ ਰਿਹਾ, ਤਾਂ ਨਾਮ ਪਿਆ ਮਿੰਟੋ। ਹੁਣ ਮੋਰਲੇ ਕੌਣ ਸੀ? ਮੋਰਲੇ ਸੀਗਾ ਸੈਕਟਰੀ ਆਫ ਸਟੇਟ ਫॉर ਇੰਡੀਆ। ਠੀਕ ਹੈ, ਹੁਣ ਇਹ ਐਕਟ ਕੀ ਸੀ? ਇਹ ਐਕਟ 1892 ਦਾ ਰਿਫਾਰਮ ਹੈ। ਇਸ ਤੋਂ ਪਹਿਲਾਂ 1892 ਦਾ ਇੱਕ ਰਿਫਾਰਮ ਚੱਲਦਾ ਸੀ। ਉਸ 1892 ਦਾ ਰਿਫਾਰਮ ਦੇ ਵਿੱਚ ਐਕਸਟੈਂਸ਼ਨ ਸੀ। ਤਾਂ ਅੰਗਰੇਜ਼ ਕੀ ਕਰਦੇ ਹੁੰਦੇ ਸੀ, ਜਿੱਥੇ ਜਿੱਥੇ ਵੀ ਉਹਨਾਂ ਦੇ ਗੁਲਾਮ ਦੇਸ਼ ਸੀ ਉਹਨਾਂ ਸਾਰਿਆਂ ਦੇ ਵਿੱਚ ਨਾ ਰਿਫਾਰਮਸ ਲੈ ਕੇ ਆਉਂਦੇ ਸੀ, ਇਕੱਠੇ ਇੰਪਲੀਮੈਂਟ ਕਰਦੇ ਸੀ। ਤਾਂ ਜਦੋਂ 1892 ਦੇ ਵਿੱਚ ਜੋ ਵੀ ਜਾਂ ਕੁਝ ਕਮੀਆਂ ਰਹਿ ਗਈਆਂ ਹੁਣ ਉਸ ਰਿਫਾਰਮ ਦੇ ਵਿੱਚ, 1892 ਵਾਲੇ ਰਿਫਾਰਮ ਦੇ ਵਿੱਚ, ਜਾਂ ਉਹਦੇ ਵਿੱਚ ਕੁਝ ਇੰਪਰੂਵਮੈਂਟ ਇਹਨਾਂ ਨੇ ਕਰਨੀ ਹੋਵੇ, ਵੀ ਇਹਨਾਂ ਨੂੰ ਲੱਗਦਾ ਹੋਵੇ ਕਿ ਇੰਪਰੂਵਮੈਂਟ ਕੁਝ ਹੋ ਸਕਦੀ ਹੈ, ਤਾਂ ਉਹਨਾਂ ਨੇ ਕੀ ਕੀਤਾ ਸੀ 1909 ਦੇ ਵਿੱਚ ਲੈ ਕੇ ਆਏ ਸੀ। ਤਾਂ ਜਿਹੜਾ ਨੈਕਸਟ ਹੈ ਜਿਹੜਾ ਉਹ 1909 ਦੇ ਵਿੱਚ ਲੈ ਕੇ ਆਏ ਸੀ, ਤਾਂ ਉਹਨੂੰ ਨਾਮ ਦੇ ਦਿੱਤਾ ਗਿਆ 1909। 1892 ਦੀ ਐਕਸਟੈਂਸ਼ਨ 1909 ਦੇ ਵਿੱਚ ਹੈ ਜਿਹੜਾ ਉਹ ਮਿੰਟੋ ਮੋਰਲੇ ਰਿਫਾਰਮ ਆ ਗਿਆ। ਠੀਕ ਹੈ ਜੀ, ਸਮਝ ਗਏ ਹੋਗੇ ਤੁਸੀਂ। ਹੁਣ ਇਹ ਮਿੰਟੋ ਮੋਰਲੇ ਰਿਫਾਰਮ ਦੇ ਵਿੱਚ ਹੈਗਾ ਕੀ ਸੀ? 4 ਪੁਆਇੰਟ ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ ਹੈ, ਡਾਇਰੈਕਟ ਕੁਐਸਚਨ ਆਇਆ ਹੋਇਆ। ਈਵਨ UPSC ਇਹਨੂੰ ਬਹੁਤ ਟਾਰਗੇਟ ਕਰਦੀ ਹੈ ਔਰ PPSC ਦੇ ਵਿੱਚ ਤਾਂ ਇਹ 2 ਤੋਂ 3 ਵਾਰ ਕੁਐਸਚਨ ਆ ਚੁੱਕਾ ਹੈ। ਹੁਣ ਇਹ ਕੀ ਚੀਜ਼ ਹੈ ਇਹ ਸਮਝੋ। ਫਸਟ ਆਫ ਆਲ ਇਹਨਾਂ ਨੇ ਕੀ ਕੀਤਾ, ਇੱਕ ਅਲੱਗ ਐਗਜ਼ੀਕਿਊਟਿਵ ਕੌਂਸਲ ਤਿਆਰ ਕੀਤੀ ਸੀ ਵਾਇਸਰਾਏ ਤੇ ਗਵਰਨਰ ਦੀ। ਐਗਜ਼ੀਕਿਊਟਿਵ ਕੌਂਸਲ ਦਾ ਮਤਲਬ ਕੀ ਹੁੰਦਾ ਹੈ ਵੀ ਜਦੋਂ ਵਾਇਸਰਾਏ ਤੇ ਗਵਰਨਰ ਵਰਕ ਕਰਦੇ ਆ ਨਾ ਤਾਂ ਉਹਨਾਂ ਦੇ ਨਾਲ ਨਾ ਅਲੱਗ ਟੀਮ ਕੰਮ ਕਰਦੀ ਹੈ। ਠੀਕ ਹੈ,
ਉਸ ਟੀਮ ਦੇ ਵਿੱਚ, ਉਸ ਐਗਜ਼ੀਕਿਊਟਿਵ ਕੌਂਸਲ ਦੇ ਵਿੱਚ ਪਹਿਲੀ ਵਾਰੀ ਕੋਈ ਭਾਰਤੀ ਦੀ ਐਂਟਰੀ ਹੁੰਦੀ ਹੈ, ਕਿਸੇ ਇੰਡੀਅਨ ਦੀ ਐਂਟਰੀ ਹੁੰਦੀ ਹੈ, ਔਰ ਉਸ ਇੰਡੀਅਨ ਦਾ ਨਾਮ ਹੈ ਸਤਿੰਦਰ ਪ੍ਰਸਾਦ ਸਿਨਹਾ। ਇਹ ਐਸਐਸਸੀ ਨੇ ਕੁਐਸਚਨ ਇੱਕ ਵਾਰੀ ਪੁੱਛਿਆ ਸੀ ਲਾਸਟ ਟੂ ਲਾਸਟ ਈਅਰ ਕਿ ਸਤਿੰਦਰ ਪ੍ਰਸਾਦ ਸਿਨਹਾ ਕੌਣ ਸੀ, ਤੇ ਫਸਟ ਇੰਡੀਅਨ ਸੀ ਜਿਹਨੇ ਵਾਇਸਰਾਏ ਐਗਜ਼ੀਕਿਊਟਿਵ ਕੌਂਸਲ ਨੂੰ ਜੁਆਇਨ ਕੀਤਾ ਸੀ। ਆਈ ਰਿਪੀਟ, ਫਸਟ ਇੰਡੀਅਨ ਜਿਹਨੇ ਵਾਇਸਰਾਏ ਐਗਜ਼ੀਕਿਊਟਿਵ ਨੂੰ ਜੁਆਇਨ ਕੀਤਾ, ਉਹਦਾ ਨਾਮ ਸੀ ਸਤਿੰਦਰ ਪ੍ਰਸਾਦ ਸਿਨਹਾ। ਠੀਕ ਹੈ ਜੀ, ਵੈਰੀ ਗੁੱਡ। ਅੱਗੋਂ ਦੇਖਦੇ ਹਾਂ। ਉਸ ਤੋਂ ਬਾਅਦ ਕੀ ਹੈ, ਇਹਨੇ ਨਾ ਕਮਿਊਨਲ ਰਿਪਰੈਜ਼ੈਂਟੇਸ਼ਨ ਦੇ ਹਿਸਾਬ ਨਾਲ ਸੈਪਰੇਟ ਇਲੈਕਟੋਰੇਟ ਲੈ ਕੇ ਆਇਆ ਸੀ। ਹੁਣ ਇਹ ਕੀ ਚੀਜ਼ ਹੈ, ਮਤਲਬ ਮੁਸਲਿਮਸ ਦੇ ਲਈ ਅਲੱਗ ਤੋਂ ਇਲੈਕਸ਼ਨ ਕਰਵਾਓ, ਇਹਨਾਂ ਦਾ ਇਹ ਕਹਿਣਾ ਸੀ। ਤਾਂ ਇਸ ਕਰਕੇ ਇਹਨੂੰ ਜਿਹੜਾ ਲੋਰਡ ਮਿੰਟੋ ਹੈ ਨਾ, ਲੋਰਡ ਮਿੰਟੋ ਨੂੰ ਫਾਦਰ ਆਫ ਕਮਿਊਨਲ ਇਲੈਕਟੋਰੇਟ ਵੀ ਕਿਹਾ ਜਾਂਦਾ ਹੈ। ਇਹ ਵੀ ਕੁਐਸਚਨ ਇੰਪੋਰਟੈਂਟ ਹੈ, ਹੂ ਇਜ਼ ਨੋਨ ਐਜ਼ ਫਾਦਰ ਆਫ ਕਮਿਊਨਲ ਇਲੈਕਟੋਰੇਟ, ਤਾਂ ਆਨਸਰ ਵਿਲ ਬੀ ਲੋਰਡ ਮਿੰਟੋ। ਠੀਕ ਹੈ ਜੀ। ਹੁਣ ਇਹਦਾ MCQ ਦੇਖਦੇ ਹਾਂ ਵੀ ਪੇਪਰ 'ਚ ਕਿਵੇਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇੰਪੋਰਟੈਂਟ ਹੈ, ਇਹਨੂੰ ਯਾਦ ਜ਼ਰੂਰ ਰੱਖਿਓ। ਪਹਿਲੀ ਹੈ ਗੱਲ ਬਈ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਦਾ ਮੋਰਲੇ ਮਿੰਟੋ ਰਿਫਾਰਮ। ਤਾਂ ਇੱਥੇ ਇੱਕ ਪੁਆਇੰਟ ਹੋਰ ਸਮਝ ਲਓ ਜਿਹੜਾ ਲਾਸਟ ਮਿਸ ਹੋ ਗਿਆ ਸੀ ਮੇਰੇ ਤੋਂ। ਇਹਨਾਂ ਨੇ ਕੀ ਕੀਤਾ ਸੀ, ਸੈਪਰੇਟ ਰਿਪਰੈਜ਼ੈਂਟੇਸ਼ਨ ਆਫ ਪ੍ਰੈਜ਼ੀਡੈਂਸੀ ਕਾਰਪੋਰੇਸ਼ਨਸ, ਪ੍ਰੈਜ਼ੀਡੈਂਸੀ ਕਾਰਪੋਰੇਸ਼ਨ ਦੀ, ਚੈਂਬਰ ਆਫ ਕਮਰਸ ਦੀ, ਯੂਨੀਵਰਸਿਟੀ ਐਂਡ ਜ਼ਮੀਂਦਾਰ ਦੀ। ਠੀਕ ਹੈ। ਹੁਣ MCQ ਦੇਖਦੇ ਹਾਂ। ਪਹਿਲਾ ਪੁਆਇੰਟ ਹੈ, ਇਟ ਇਨਕਰੀਜ਼ ਦਾ ਸਾਈਜ਼ ਆਫ ਸੈਂਟਰਲ ਲੈਜਿਸਲੇਟਿਵ ਕਾਉਂਸਿਲ ਓਨਲੀ। ਐਕਚੁਅਲ 'ਚ ਇਹਨਾਂ ਨੇ ਸਿਰਫ ਸੈਂਟਰ ਦਾ ਨਹੀਂ ਕੀਤਾ ਸੀ, ਤਾਂ ਇਹ ਪੁਆਇੰਟ ਨਹੀਂ ਹੈਗਾ। ਦੂਜਾ ਪੁਆਇੰਟ ਹੈ, ਮੈਂਬਰ ਆਫ ਕਾਉਂਸਿਲ ਵਾਲ ਅਲਾਉਡ ਟੂ ਆਸਕ ਦਾ ਸਪਲੀਮੈਂਟਰੀ, ਠੀਕ ਹੈ, ਕੁਐਸਚਨਸ, ਮੂਵ ਰੈਜ਼ੋਲੂਸ਼ਨ ਔਨ ਦਾ ਬਜਟ। ਤਾਂ ਮੈਂਬਰਸ ਹੈ ਜਿਹੜੇ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਸੀ, ਥੋੜ੍ਹਾ ਜਿਹਾ ਇੰਨਾ ਰਾਈਟ ਆ ਗਿਆ ਸੀ ਕਿ ਮੈਂਬਰਸ ਹੈ ਜਿਹੜੇ ਉਹ ਕੁਐਸਚਨ ਰਾਈਜ਼ ਕਰ ਸਕਦੇ ਆ। ਤਾਂ ਥਰਡ ਪੁਆਇੰਟ ਹੈ, ਇਟ ਪ੍ਰੋਵਾਈਡ ਫॉर ਦਾ ਸੈਪਰੇਟ ਰਿਪਰੈਜ਼ੈਂਟੇਸ਼ਨ ਆਫ ਪ੍ਰੈਜ਼ੀਡੈਂਸੀ ਕਾਰਪੋਰੇਸ਼ਨ, ਚੈਂਬਰ ਆਫ ਕਮਰਸ, ਯੂਨੀਵਰਸਿਟੀ ਐਂਡ ਜ਼ਿਮੀਂਦਾਰ। ਤਾਂ ਮੈਂ ਜਿਵੇਂ ਹੁਣੇ ਤੁਹਾਨੂੰ ਸਟੱਡੀ ਕਰਵਾਇਆ ਹੈ ਕਿ ਇਹਨਾਂ ਨੇ ਸ਼ੁਰੂ ਕੀਤਾ ਸੀ, ਤਾਂ ਪੁਆਇੰਟ ਦੂਜਾ ਤੇ ਤੀਜਾ ਬਿਲਕੁਲ ਸਹੀ ਹੈ। ਅੱਛਾ, ਜਿਹੜਾ ਫਸਟ ਕਿਉਂ ਗਲਤ ਹੈ, ਕਿਉਂਕਿ ਸਿਰਫ ਸੈਂਟਰਲ ਲੈਜਿਸਲੇਟਿਵ ਕਾਉਂਸਿਲ ਨਹੀਂ ਇਹਨਾਂ ਨੇ ਦਾ ਨਹੀਂ ਸਾਈਜ਼ ਇਨਕਰੀਜ਼ ਕੀਤਾ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ ਵੀ ਸਿਰਫ ਸੈਂਟਰ ਦਾ ਨਹੀਂ ਕੀਤਾ ਸੀ, ਕਿਉਂਕਿ ਦੋ ਲੈਜਿਸਲੇਟਿਵ ਜਿਹੜੇ ਦੋ ਸਦਨ ਹੈ ਜਿਹੜੇ ਉਹ ਵਰਕ ਕਰਦੇ ਹੁੰਦੇ ਸੀ। ਠੀਕ ਹੈ, ਇੱਕ ਸੈਂਟਰ ਤੇ ਇੱਕ ਸਟੇਟ ਤੇ। ਤਾਂ ਇਹਨਾਂ ਨੇ ਦੋਨਾਂ ਦਾ ਜਿਹੜਾ ਨਾ ਮੈਂਬਰ ਦਾ ਜਿਹੜਾ ਸਾਈਜ਼ ਹੈ ਜਿਹੜਾ ਉਹ ਇਨਕਰੀਜ਼ ਕੀਤਾ ਸੀ। ਠੀਕ ਹੈ, ਤਾਂ ਇਸ ਕਰਕੇ ਇਹ ਪੁਆਇੰਟ ਹੈ ਜਿਹੜਾ ਉਹ ਗਲਤ ਰਹਿ ਜਾਏਗਾ। ਉਸ ਤੋਂ ਬਾਅਦ ਆਉਂਦਾ ਜੀ 1911 ਦਾ ਸਾਲ। ਕਿਉਂ ਇੰਪੋਰਟੈਂਟ ਹੈ, ਕਿਉਂਕਿ ਉਸ ਸਾਲ ਦਿੱਲੀ ਦਰਬਾਰ ਰਹਿ ਗਿਆ ਸੀ। ਹੁਣ ਇਹ ਦਿੱਲੀ ਦਰਬਾਰ ਕੀ, ਆਪਾਂ ਇਹਦੇ ਬਾਰੇ ਸਾਰੇ ਸਟੱਡੀ ਕਰਦੇ ਹਾਂ। ਦੇਖੋ, ਦਿੱਲੀ ਦਰਬਾਰ ਪਹਿਲੇ ਨੰਬਰ ਤੇ ਜੋਰਜ ਫਿਫਥ ਤੇ ਉਹਦੀ ਵਾਈਫ ਹੈ ਕੁਈਨ ਮੈਰੀ, ਉਹ ਆਈਆਂ ਸੀ, ਦੋਨੋਂ ਆਏ ਸੀ। ਕੁਈਨ ਮੈਰੀ ਆਈ ਸੀ ਔਰ ਜੋਰਜ ਫਿਫਥ ਆਇਆ ਸੀ। ਜੋਰਜ ਫਿਫਥ ਕੌਣ ਸੀ, ਕਿੰਗ ਸੀਗਾ ਇੰਗਲੈਂਡ ਦਾ। ਤਾਂ ਉਸ ਟਾਈਮ ਤੇ ਕੀ ਕੀਤਾ ਗਿਆ ਸੀ, ਦਿੱਲੀ ਦਰਬਾਰ ਸੈੱਟ ਕੀਤਾ ਗਿਆ ਸੀ, ਦਿੱਲੀ ਦੇ ਵਿੱਚ ਲਗਾਇਆ ਗਿਆ ਸੀ। ਉਸ ਟਾਈਮ ਤੇ ਕੀ ਹੋਇਆ ਸੀ, ਇੰਪੋਰਟੈਂਟ ਜਿਹੜੇ ਪੁਆਇੰਟਸ ਹੋਏ ਸੀ, ਮਤਲਬ ਤੁਸੀਂ ਇਹ ਸਮਝ ਲਓ ਕਿ ਦਿੱਲੀ ਦਰਬਾਰ ਦੇ ਵਿੱਚੋਂ ਇਨਡਾਇਰੈਕਟ ਕੁਐਸਚਨ ਬਹੁਤ ਬਣਦੇ ਆ। ਪਹਿਲੀ ਗੱਲ, ਜੋਰਜ ਫਿਫਥ ਆਇਆ ਸੀ, ਮੇ ਬੀ ਕੁਐਸਚਨ ਬਣੇ ਜਾਂ ਨਾ ਬਣੇ, ਆਈ ਐਮ ਨੋਟ ਸ਼ੋਰ, ਲੇਕਿਨ ਇਸ ਤੋਂ ਇਲਾਵਾ ਜੋ ਕੁਐਸਚਨ ਬਣ ਸਕਦੇ ਉਹ ਸਮਝੋ। ਦੇਖੋ ਵੀ ਦਿੱਲੀ ਦਰਬਾਰ ਦੇ ਟਾਈਮ ਪਹਿਲੇ ਨੰਬਰ ਤੇ ਹੋਇਆ ਕੀ ਸੀ, ਕੈਪੀਟਲ ਸ਼ਿਫਟ ਕੀਤੀ ਗਈ ਸੀ ਕੈਲਕੱਟਾ ਟੂ ਦਿੱਲੀ। ਹੁਣ ਇਹ ਕੈਪੀਟਲ ਕਿਉਂ ਸ਼ਿਫਟ ਕੀਤੀ ਗਈ, ਤਾਂ ਦੇਖੋ ਜਿੰਨੇ ਵੀ ਸੁਤੰਤਰਤਾ ਸੈਨਾਨੀ ਹੈ ਨਾ ਇੰਡੀਆ ਦੇ ਉਸ ਟਾਈਮ ਤੇ, ਜੋ ਜਿੰਨੇ ਵੀ ਉਸ ਟਾਈਮ ਤੇ ਵਰਕ ਕਰ ਰਹੇ ਸੀ ਇੰਡੀਆ ਦੀ ਆਜ਼ਾਦੀ ਦੇ ਲਈ, ਕਲਕੱਤਾ ਉਹਨਾਂ ਦਾ ਹੜ ਸੀ, ਮਤਲਬ ਕਲਕੱਤਾ ਉਹਨਾਂ ਦਾ ਮਾਸ ਸੀ, ਕਲਕੱਤਾ ਗਰੁੱਪ ਸੀ, ਕਲਕੱਤਾ 'ਚ ਬਹੁਤ ਜ਼ਿਆਦਾ ਸੀ। ਤਾਂ ਓਬਵੀਅਸ ਹੈ ਵੀ ਕਲਕੱਤਾ ਜ਼ਿਆਦਾ ਹੋਣਗੇ। ਤਾਂ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਜੇ ਕਲਕੱਤਾ ਦੇ ਵਿੱਚ ਪ੍ਰੈਸ਼ਰ ਵੱਧ ਰਿਹਾ ਤਾਂ ਬੈਟਰ ਇਹ ਹੋਵੇ ਵੀ ਆਪਾਂ ਕਲਕੱਤਾ ਤੋਂ ਦਿੱਲੀ ਰਾਜਧਾਨੀ ਸ਼ਿਫਟ ਕਰ ਦਈਏ। ਚਲੋ ਇਹ ਠੀਕ ਹੈ, ਆਪਾਂ ਨੂੰ ਅੰਡਰਸਟੈਂਡ ਹੋ ਗਿਆ, ਯਾਦ ਹੋ ਜਾਏਗਾ ਵੀ ਕੈਪੀਟਲ ਦਿੱਲੀ ਦਰਬਾਰ ਦੇ ਟਾਈਮ ਕਲਕੱਤਾ ਤੋਂ ਦਿੱਲੀ ਲੈ ਆਈ। ਵੀ ਪਹਿਲਾਂ ਕੈਪੀਟਲ ਹੁੰਦੀ ਸੀ ਕਲਕੱਤਾ ਅੰਗਰੇਜ਼ ਰਾਜ ਦੀ, ਔਰ ਉਸ ਤੋਂ ਬਾਅਦ ਜਿਹੜੀ ਕੈਪੀਟਲ ਹੈ ਉਹ ਲੈ ਆਏ, ਦਿੱਲੀ ਸ਼ਿਫਟ ਕਰਤੀ। ਉਸ ਤੋਂ ਬਾਅਦ ਇਹਨਾਂ ਨੇ ਨਾ 1905 ਦੇ ਵਿੱਚ ਪਾਰਟੀਸ਼ਨ ਆਫ ਬੰਗਾਲ, ਮੈਂ ਟੌਪਿਕ ਕਵਰ ਕੀਤਾ ਹੈ, ਮੇਰੀਆਂ ਲਾਸਟ ਵੀਡੀਓਜ਼ ਦੇ ਵਿੱਚ ਮਿਲ ਜਾਏਗਾ ਤੁਹਾਨੂੰ। ਪਾਰਟੀਸ਼ਨ ਆਫ ਬੰਗਾਲ 1905 ਦੇ ਵਿੱਚ ਲੋਰਡ ਕਰਜ਼ਨ ਨੇ ਪਾਰਟੀਸ਼ਨ ਆਫ ਬੰਗਾਲ ਕੀਤੀ ਸੀ, ਲੇਕਿਨ ਬਹੁਤ ਜ਼ਿਆਦਾ ਵਿਰੋਧ ਹੁੰਦਾ ਹੈ, ਔਰ ਵਿਰੋਧ ਦੇ ਕਰਕੇ 1911 ਦੇ ਵਿੱਚ ਪਾਰਟੀਸ਼ਨ ਹੈ ਜਿਹੜੀ ਉਹ ਰੱਦ ਕਰ ਦਿੱਤੀ ਜਾਂਦੀ ਹੈ। ਹੁਣ ਇਹਨੂੰ ਯਾਦ ਕਿਵੇਂ ਕਰਨਾ ਹੈ, ਕਿੰਨੇ ਰੱਦ ਕੀਤੀ ਸੀ, ਤਾਂ ਦੇਖੋ ਸਾਲ ਹੈ 1911, ਇੱਕ ਤੇ ਇੱਕ ਦੋ ਜਦੋਂ ਜੁੜ ਜਾਣ, ਇੱਕ ਔਰ ਇੱਕ 11 ਆਪਾਂ ਕਹਿੰਦੇ ਨਾ, ਇੱਕ ਔਰ ਇੱਕ 11, ਤਾਂ ਹਿੰਦੂ ਔਰ ਮੁਸਲਿਮ ਇਕੱਠੇ ਹੋਣਾ ਸ਼ੁਰੂ ਹੋ ਗਏ ਸੀ।
ਤਾਂ ਉਹ ਕਹਿੰਦੇ ਵੀ ਇਹ ਤਾਂ 1 ਔਰ 11 ਵਾਲੀ ਗੱਲ ਹੋ ਗਈ, ਤਾਂ ਅਸੀਂ ਸਾਡੇ ਤੋਂ ਨਹੀਂ, ਅਸੀਂ ਲੋਕ ਬਹੁਤ ਸਾਡਾ ਵਿਰੋਧ ਕਰ ਰਹੇ ਆ, ਤਾਂ ਅਸੀਂ ਇਹ ਜਿਹੜੇ ਹੁਣ ਇਹਨਾਂ ਨੂੰ ਜਿਹੜੀ ਪਾਰਟੀਸ਼ਨ ਆ ਉਹ ਹੁਣ ਅਸੀਂ ਨਹੀਂ ਰੱਖ ਸਕਦੇ, ਅੰਗਰੇਜ਼ਾਂ ਦਾ ਇਹ ਕਹਿਣਾ ਸੀ, ਤਾਂ ਅਸੀਂ ਪਾਰਟੀਸ਼ਨ ਰੱਦ ਕਰਦੇ ਹਾਂ। ਹੁਣ ਕੀਤਾ ਕਿੰਨੇ ਸੀ, ਰੱਦ ਕਿੰਨੇ ਕੀਤੀ ਸੀ? ਕੀਤੀ ਪਾਰਟੀਸ਼ਨ ਸੀ ਲੋਰਡ ਕਰਜ਼ਨ ਨੇ, ਲੇਕਿਨ ਰੱਦ ਕਿੰਨੇ ਕੀਤੀ ਸੀ, ਕੈਂਸਲ ਕਿੰਨੇ ਕੀਤੀ ਸੀ? ਉਹਦਾ ਨਾਮ ਸੀ ਲੋਰਡ ਹਾਰਡਿੰਗ। ਇਹ ਵੀ ਯਾਦ ਕਰਨਾ ਸੌਖਾ ਸਟੂਡੈਂਟਸ। ਦੇਖੋ 1 ਔਰ 11 ਤਾਂ ਤੁਹਾਨੂੰ ਯਾਦ ਰਹਿ ਜਾਏਗਾ, ਲੇਕਿਨ ਰੱਦ ਵਾਲੀ ਯਾਦ ਕਿਵੇਂ? ਵੀ ਲੋਰਡ ਹਾਰਡਿੰਗ, ਉਸ ਟਾਈਮ ਤੇ ਕੰਡੀਸ਼ਨਸ ਬਹੁਤ ਹਾਰਡ ਹੋ ਗਈਆਂ ਸੀ, ਤਾਂ ਹਾਰਡਿੰਗ ਤੋਂ ਯਾਦ ਰੱਖ ਲਿਓ, ਠੀਕ ਹੈ। ਅੱਛਾ, ਉਸ ਤੋਂ ਬਾਅਦ ਪੁਆਇੰਟ ਨੰਬਰ 3, ਉਸ ਟਾਈਮ ਤੇ ਕੀ ਸੀਗਾ? ਜਨ ਗਣ ਮਨ ਗਾਇਆ ਗਿਆ ਸੀ ਰਵਿੰਦਰਨਾਥ ਟੈਗੋਰ ਜੀ ਦੇ ਦੁਆਰਾ। ਇਹ ਮੰਨਿਆ ਜਾਂਦਾ ਵੀ ਰਵਿੰਦਰਨਾਥ ਟੈਗੋਰ ਜੀ ਨੇ ਜਿਹੜਾ ਜਨ ਗਣ ਮਨ ਹੈ ਉਹ ਜੋਰਜ 5th ਦੀ ਖੁਸ਼ੀ 'ਚ ਗਾਇਆ ਸੀ। ਇਹ ਮਤਲਬ ਇਹਦੀ ਕੰਟਰੋਵਰਸੀਜ਼ ਰਹਿੰਦੀਆਂ, ਬਹੁਤ ਵਾਰ ਇਸ ਚੀਜ਼ ਨੂੰ ਲੈ ਕੇ ਕੰਟਰੋਵਰਸੀ ਹੋਈ ਹੈ ਕਿ ਲੇਕਿਨ ਬਾਅਦ ਚੋਂ ਕੀ ਸੀਗਾ ਵੀ ਉਹੀ ਜਿਹੜਾ ਜਨ ਗਣ ਮਨ ਹੈ, ਲੋਕ ਉਸਦੀ ਜਿਹੜੀ ਹੈ ਉਸਦੇ ਮਿਊਜ਼ਿਕ ਤੇ ਉਸਦੀ ਧੁਨ ਤੇ ਉਸਦੇ ਸਾਊਂਡ ਤੇ ਨੱਚਣਾ ਸ਼ੁਰੂ ਹੋਏ ਆ। ਲੋਕਾਂ ਨੇ ਉਹਨੂੰ ਫੀਲ ਕਰਨਾ ਸ਼ੁਰੂ ਕੀਤਾ ਹੈ ਕਿ ਹਾਂ ਵੀ ਇਹ ਸਾਡੇ ਦੇਸ਼ ਦਾ ਜਿਹੜਾ ਹੈ ਨਾ ਨੈਸ਼ਨਲ ਐਂਥਮ ਹੈ। ਤਾਂ ਉਸ ਲਈ ਉਹਨਾਂ ਨੂੰ ਨੋਬਲ ਪ੍ਰਾਈਜ਼ ਇੰਪੋਰਟੈਂਟ ਹੈ, ਨੋਬਲ ਪ੍ਰਾਈਜ਼ ਉਹਨਾਂ ਨੂੰ ਗੀਤਾਂਜਲੀ ਦੇ ਲਈ ਮਿਲਿਆ ਸੀ। ਤੁਸੀਂ ਯਾਦ ਰੱਖਣਾ, ਮੈਂ ਇਹ ਪੁਆਇੰਟ ਕਹਿ ਰਿਹਾ ਵੀ ਨੋਬਲ ਪ੍ਰਾਈਜ਼ ਦਾ ਜਿਹੜਾ ਰਵਿੰਦਰਨਾਥ ਟੈਗੋਰ ਨੂੰ ਗੀਤਾਂਜਲੀ ਲਈ 1913 'ਚ ਮਿਲਿਆ ਸੀ। ਇਹ ਵੀ ਪੁਆਇੰਟ ਯਾਦ ਰੱਖਿਓ। ਆਈ ਰਿਪੀਟ, ਨੋਬਲ ਪ੍ਰਾਈਜ਼ ਰਵਿੰਦਰਨਾਥ ਟੈਗੋਰ ਨੂੰ ਗੀਤਾਂਜਲੀ ਦੇ ਲਈ 1913 ਦੇ ਵਿੱਚ ਮਿਲਿਆ ਸੀ। ਗੀਤਾਂਜਲੀ ਉਹਨਾਂ ਦੀ ਬੁੱਕ ਆਫ ਕਲੈਕਸ਼ਨ ਸੀ, ਠੀਕ ਹੈ। ਇਹ ਉਹਨਾਂ ਨੇ 1911 ਆਪਣਾ ਵਿੱਚ ਬੋਲਿਆ ਸੀ, 27 ਦਸੰਬਰ 1911 ਦੇ ਵਿੱਚ ਜਨ ਗਣ ਮਨ ਬੋਲਿਆ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਕੈਪੀਟਲ ਟ੍ਰਾਂਸਫਰ ਕੀਤੀ ਸੀ ਕੈਲਕੱਟਾ ਟੂ ਦਿੱਲੀ, ਇਹ ਆਪਾਂ ਕਵਰ ਕਰ ਹੀ ਚੁੱਕੇ ਹਾਂ। ਅੱਛਾ, 1912 'ਚ ਕੀ ਹੋਇਆ ਸੀ? ਲੋਰਡ ਹਾਰਡਿੰਗ। ਲੋਰਡ ਹਾਰਡਿੰਗ ਕੌਣ ਹੈ? ਹੁਣੇ ਆਪਾਂ ਕਵਰ ਕੀਤਾ। 1911 ਦੇ ਵਿੱਚ ਲੋਰਡ ਹਾਰਡਿੰਗ ਨੇ ਕੀ ਕੀਤਾ? ਕੈਂਸਲ ਕਰਵਾਈ ਹੈ ਪਾਰਟੀਸ਼ਨ। ਲੋਰਡ ਹਾਰਡਿੰਗ ਦੇ ਉੱਤੇ ਅਟੈਕ ਕੀਤਾ ਗਿਆ ਸੀ ਰਾਸ਼ ਬਿਹਾਰੀ ਬੋਸ ਦੇ ਦੁਆਰਾ। ਚਾਂਦਨੀ ਚੌਕ ਦਿੱਲੀ ਦੇ ਵਿੱਚ ਉਹਦੇ ਤੇ ਬੰਬ ਸੁੱਟਿਆ ਗਿਆ ਸੀ, ਠੀਕ ਹੈ। ਉਸ ਤੋਂ ਬਾਅਦ 1913 ਦੇ ਵਿੱਚ ਕੀ ਹੁੰਦਾ ਜੀ? ਗਦਰ ਪਾਰਟੀ ਦੀ ਫਾਰਮੇਸ਼ਨ ਹੁੰਦੀ ਹੈ। ਗਦਰ ਪਾਰਟੀ ਦਾ ਮੇਨ ਕੰਮ ਇਹ ਸੀਗਾ ਵੀ ਚੰਦਾ ਇਕੱਠਾ ਕਰਕੇ ਇੰਡੀਅਨਸ ਦੀ ਹੈਲਪ ਕਰਨੀ। ਕੀ ਇਹ ਇੰਡੀਆ ਵਰਕ ਕਰਦੀ ਸੀ? ਤੇ ਨਹੀਂ, ਇਹ ਬਾਹਰ ਰਹਿ ਕੇ ਇੰਡੀਅਨਸ ਦੇ ਲਈ ਵਰਕ ਕਰਦੀ ਸੀ। ਯਾਦ ਰੱਖਿਓ ਵੀ ਬਾਹਰ ਰਹਿ ਕੇ ਇੰਡੀਅਨਸ ਦੇ ਲਈ ਵਰਕ ਕਰਦੀ ਹੈ। ਫਾਊਂਡਡ ਬਾਈ ਲਾਲਾ ਹਰਦਿਆਲ ਤੇ ਸੋਹਣ ਸਿੰਘ ਪਕਨਾ। ਹੈੱਡਕੁਆਟਰ ਕਿੱਥੇ ਹੈ ਜੀ? ਸਨ ਫਰਾਂਸਿਸਕੋ ਦੇ ਵਿੱਚ ਹੈ। ਇਹਨਾਂ ਨੇ ਨਿਊਜ਼ਪੇਪਰ ਸ਼ੁਰੂ ਕੀਤਾ ਸੀ ਜਿਸ ਦਾ ਨਾਂ ਗਦਰ ਸੀ। ਮੋਸਟ ਇੰਪੋਰਟੈਂਟ ਹੈ ਜੀ ਪੰਜਾਬ ਐਗਜ਼ਾਮਸ ਦੇ ਲਈ ਵੀ ਗਦਰ ਪਾਰਟੀ ਦੀ ਸਥਾਪਨਾ ਲਾਲਾ ਹਰਦਿਆਲ ਤੇ ਸੋਹਣ ਸਿੰਘ ਪਕਨਾ। ਹੈੱਡਕੁਆਟਰ ਅਮਰੀਕਾ ਦੇ ਵਿੱਚ ਸਨ ਫਰਾਂਸਿਸਕੋ ਦੇ ਵਿੱਚ, ਔਰ ਨਿਊਜ਼ਪੇਪਰ ਗਦਰ ਸਟਾਰਟ ਕੀਤਾ ਹੈ। ਨੈਕਸਟ ਹੈ ਜੀ ਕਾਮਾਗਾਟਾ ਮਾਰੂ ਦੀ ਘਟਨਾ। ਇੰਪੋਰਟੈਂਟ ਹੈ, ਪੰਜਾਬ ਹਿਸਟਰੀ ਦੇ ਵਿੱਚ ਵੀ ਇਹ ਕੁਐਸਚਨ ਆਉਂਦਾ ਹੁੰਦਾ, ਜ਼ਰੂਰ ਆਉਂਦਾ ਹੁੰਦਾ ਵੀ ਕਾਮਾਗਾਟਾ ਮਾਰੂ ਕੀ ਸੀ? ਤਾਂ ਕਾਮਾਗਾਟਾ ਮਾਰੂ ਇੱਕ ਜਹਾਜ਼ ਸੀ। ਪੂਰਾ ਆਪਾਂ ਇੰਸੀਡੈਂਟ ਸਮਝਦੇ ਹਾਂ ਕੀ ਹੋਇਆ ਸੀ, ਕਿਵੇਂ ਹੋਇਆ ਸੀ। ਤਾਂ ਦੇਖੋ ਕਾਮਾਗਾਟਾ ਮਾਰੂ ਨਾ ਇੱਕ ਜਹਾਜ਼ ਸੀ। ਬਾਬਾ ਗੁਰਦਿੱਤ ਸਿੰਘ ਨਾਮ ਦਾ ਇੱਕ ਪਰਸਨ ਸੀਗੇ ਜਿਨ੍ਹਾਂ ਨੇ ਨਾ ਇਸ ਜਹਾਜ਼ ਨੂੰ ਖਰੀਦਿਆ ਸੀ। ਕਿੱਥੋਂ ਖਰੀਦਿਆ ਸੀ? ਜਾਪਾਨ ਤੋਂ ਖਰੀਦਿਆ ਸੀ। ਤਾਂ ਜਾਪਾਨ ਦਾ ਜਹਾਜ਼ ਸੀ, ਉਹਨਾਂ ਨੇ ਇਹਨੂੰ ਨਾਮ ਦਿੱਤਾ ਸੀ ਗੁਰੂ ਨਾਨਕ ਜਹਾਜ਼। ਤਾਂ ਹੋਇਆ ਕੀ ਸੀ? ਜਾਪਾਨ ਤੋਂ ਖਰੀਦਿਆ ਹੋਇਆ ਜਹਾਜ਼ ਉਹਨਾਂ ਨੇ ਕੀ ਕੀਤਾ ਸੀ? ਹਾਂਗਕਾਂਗ ਤੋਂ ਲੈ ਕੇ ਵੈਨਕੂਵਰ ਦੇ ਵਿੱਚ ਜਾਣਾ ਸੀ, ਠੀਕ ਹੈ। ਉੱਥੇ ਜਦੋਂ ਜਾਣਾ ਸੀ ਤਾਂ 376 ਪੈਸੰਜਰ ਸੀ, 376 ਪੈਸੰਜਰ ਸੀਗੇ ਜਿਹੜੇ ਇਹਦੇ ਵਿੱਚ ਟਰੈਵਲ ਕਰ ਰਹੇ ਸੀ, ਠੀਕ ਹੈ। ਲੇਕਿਨ ਹੁੰਦਾ ਕੀ ਹੈ ਜੀ, ਜਦੋਂ 376 ਪੈਸੰਜਰ ਹੈ ਜਿਹੜੇ ਉਹ ਇੱਥੋਂ ਜਾਂਦੇ ਹੈ ਇਸ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਜਦੋਂ ਜਾਂਦੇ ਹੈ, ਤਾਂ ਉਹ ਜਦੋਂ ਪਹੁੰਚਦੇ ਆ ਉੱਥੇ, ਤਾਂ ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਇਹਨਾਂ ਨੂੰ ਜਿਹੜਾ ਉਹ ਨਹੀਂ ਉਤਰਨ ਦਿੰਦੀ। ਕਹਿੰਦੀ ਹੈ ਵੀ ਤੁਹਾਡੇ ਕੋਲ ਪਾਸਪੋਰਟ ਨਹੀਂ ਪ੍ਰੋਪਰ ਹੈਗਾ, ਤੁਸੀਂ ਇਲੀਗਲ ਵੇ ਨਾਲ ਆਏ ਹੋ, ਬੜੇ ਉਹ ਐਕਸਕਿਊਜ਼ ਦਿੰਦੇ ਆ। ਤਾਂ ਉਸ ਟਾਈਮ ਤੇ ਕੀ ਹੁੰਦਾ, ਇਹਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ। ਜਦੋਂ ਇਹ ਵਾਪਸ ਆਉਂਦੇ ਆ ਤਾਂ ਇੱਕ ਪੁਆਇੰਟ ਹੋਰ ਯਾਦ ਰੱਖਣਾ ਵੀ ਸਿਰਫ ਉਸ ਟਾਈਮ ਤੇ ਉੱਥੇ ਕੈਨੇਡਾ ਦੇ ਵਿੱਚ ਸਿਰਫ 24 ਹੀ ਅਜੇ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਉੱਥੇ ਉਤਰਨ ਦਿੱਤਾ ਜਾਂਦਾ, ਬਾਕੀ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ। ਤਾਂ ਜਦੋਂ ਇਹ ਸਾਰੇ ਵਾਪਸ ਆਉਂਦੇ ਆ ਤਾਂ ਉਸ ਟਾਈਮ ਤੇ ਸਟੂਡੈਂਟਸ ਕੀ ਹੁੰਦਾ ਇੱਧਰ ਇੰਡੀਆ ਦੇ ਵਿੱਚ ਹੁੰਦੇ ਆ, ਤਾਂ ਇੰਡੀਆ ਦੇ ਵਿੱਚ ਆ ਕੇ ਵੀ ਉਹਨਾਂ ਦਾ ਕਾਫੀ ਵਿਰੋਧ ਕੀਤਾ ਜਾਂਦਾ ਹੈ। ਅੰਗਰੇਜ਼ ਸਰਕਾਰ ਉਹਨਾਂ ਦਾ ਕਾਫੀ ਵਿਰੋਧ ਕਰਦੀ ਹੈ। ਉਹਨਾਂ ਨੂੰ ਇੰਡੀਆ ਦੇ ਵਿੱਚ ਆ ਕੇ ਕਹਿ ਦਿੱਤਾ ਜਾਂਦਾ ਹੈ ਵੀ ਚਾਹੇ ਕੋਈ ਬੰਦਾ
ਕਲਕੱਤਾ ਦਾ, ਕੋਈ ਬੰਦਾ ਮੁੰਬਈ ਦਾ, ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਆ ਤੁਸੀਂ ਪੰਜਾਬ ਵੱਲ ਜਾਓ। ਪੰਜਾਬ ਵੱਲ ਜਦੋਂ ਉਹਨਾਂ ਨੂੰ ਤੋਰਦੇ ਆ ਤਾਂ ਉਸ ਤੋਂ ਬਾਅਦ ਲੋਕ ਉਹਨਾਂ ਦਾ ਵਿਰੋਧ ਕਰਦੇ ਆ, ਤੇ ਜਦੋਂ ਵਿਰੋਧ ਕੀਤਾ ਜਾਂਦਾ ਤਾਂ ਉਸ ਟਾਈਮ ਤੇ ਗ੍ਰਿਫਤਾਰੀਆਂ ਹੁੰਦੀਆਂ। ਤਾਂ ਮਤਲਬ ਮੇਜਰ ਇੰਸੀਡੈਂਟਸ ਇਹੀ ਆ ਸਾਰਾ ਕਿ ਉਹਨਾਂ ਨੂੰ ਜਿਹੜਾ, ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਦੇਖੋ 340 ਇਹਦੇ ਚ ਸਿੱਖ ਸੀਗੇ, 376 ਦੇ ਵਿੱਚੋਂ 24 ਮੁਸਲਿਮ ਤੇ 12 ਹਿੰਦੂ ਸੀ, ਠੀਕ ਹੈ। ਤੇ ਸਿਰਫ ਜਿਹੜਾ 24 ਹੈ 24 ਹੈ ਉਹਨਾਂ ਨੂੰ ਅਲਾਉਡ ਕੀਤਾ ਗਿਆ ਸੀ। ਜਦੋਂ ਕਲਕੱਤਾ ਦੇ ਵਿੱਚ ਵਾਪਸ ਆਉਂਦੇ ਆ ਤਾਂ ਕਦੋਂ ਆਉਂਦੇ ਆ, 24 ਸਤੰਬਰ 1914 ਨੂੰ, ਠੀਕ ਹੈ। ਕਾਮਾਗਾਟਾ ਮਾਰੂ, ਜਿਹਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ, ਉਹ ਜਹਾਜ਼ ਜਦੋਂ ਕਲਕੱਤਾ ਦੇ ਵਿੱਚ ਪਹੁੰਚਦਾ ਹੈ, ਵਾਪਸ ਪਹੁੰਚਦਾ ਹੈ, ਤਾਂ ਕਿਹੜੀ ਬੰਦਰਗਾਹ ਹੁੰਦੀ ਹੈ, ਤਾਂ ਬਜਬਜ ਨਾਮ ਦੀ ਬੰਦਰਗਾਹ ਹੁੰਦੀ ਹੈ, ਜਿੱਥੇ ਫਿਰ ਅੰਗਰੇਜ਼ ਸਰਕਾਰ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਹੁਣ ਇੱਥੇ ਨਹੀਂ ਉਤਰਨਾ, ਸਾਰੇ ਪੰਜਾਬ ਚੱਲੋ। ਤਾਂ ਉਹਨਾਂ ਦਾ ਪ੍ਰੋਟੈਸਟ ਕੀਤਾ ਜਾਂਦਾ, ਬਹੁਤ ਸਾਰੀਆਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ। ਤਾਂ ਇਹ ਸਾਰਾ ਇੰਸੀਡੈਂਸ ਹੈ ਜੀ ਕਾਮਾਗਾਟਾ ਮਾਰੂ ਦਾ, ਠੀਕ ਹੈ। ਮੈਂ ਇੱਕ ਵਾਰੀ ਰਿਪੀਟ ਕਰ ਦਿੰਦਾ ਫਿਰ, ਕਾਮਾਗਾਟਾ ਮਾਰੂ ਦਾ ਇੰਸੀਡੈਂਟ ਬਾਬਾ ਗੁਰਦਿੱਤ ਸਿੰਘ ਨੇ ਲਿਆ ਸੀ, ਠੀਕ ਹੈ। ਗੁਰੂ ਨਾਨਕ ਜਹਾਜ਼ ਇਹਦਾ ਨਾਮ ਰੱਖਿਆ ਸੀ। ਹਾਂਗਕਾਂਗ ਤੋਂ ਲੈ ਕੇ ਕੈਨੇਡਾ ਜਾਣਾ ਸੀ। 376 ਪੈਸੰਜਰ ਬੈਠੇ ਸੀ, ਜਿਨ੍ਹਾਂ ਦੀ ਪਾਰਟੀਸ਼ਨ ਕਿਵੇਂ ਹੈ, 340 ਸਿੱਖ ਹੈ, 24 ਮੁਸਲਿਮ ਹੈ, 12 ਹਿੰਦੂ ਹੈ, ਠੀਕ ਹੈ। ਕੈਨੇਡਾ ਦੇ ਵਿੱਚ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ, ਵਾਪਸ ਭੇਜਿਆ ਗਿਆ। ਵਾਪਸ ਭੇਜ ਕੇ ਕਲਕੱਤਾ ਦੀ ਬਜਬਜ ਨਾਮ ਦੀ ਬੰਦਰਗਾਹ ਤੇ ਫਿਰ ਉਹਨਾਂ ਦਾ ਵਿਰੋਧ ਹੁੰਦਾ ਹੈ, ਤਾਂ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ। ਸਾਰਾ ਇੰਸੀਡੈਂਸ ਹੈ, ਠੀਕ ਹੈ ਜੀ। ਅੱਗੋਂ ਦੇਖਦੇ ਹਾਂ ਕਾਮਾਗਾਟਾ ਮਾਰੂ। ਉਹ ਕਹਿੰਦਾ ਦੱਸੋ ਕਿਹੜਾ ਕੁਐਸਚਨ ਸਹੀ ਹੈ, ਕਿ ਇਹ ਜੈਪਨੀਜ਼ ਇੱਕ ਜਹਾਜ਼ ਸੀ, ਠੀਕ ਹੈ ਜੀ, ਕੀ ਇਹ 100 ਪੈਸੰਜਰ ਲੈ ਕੇ ਜਾ ਰਿਹਾ ਸੀ? ਤਾਂ ਮੈਂ ਹੁਣੇ ਤੁਹਾਨੂੰ ਦੱਸਿਆ ਵੀ ਇਹ 100 ਪੈਸੰਜਰ ਨਹੀਂ ਲੈ ਕੇ ਜਾ ਰਿਹਾ ਸੀ, ਇਹ 376 ਪੈਸੰਜਰ ਲੈ ਕੇ ਜਾ ਰਿਹਾ ਸੀ। ਤਾਂ ਕਿਹੜਾ ਸਹੀ ਹੋਏਗਾ? ਓਨਲੀ 1, ਏ ਆਪਸ਼ਨ। ਹਾਂਜੀ, ਨੈਕਸਟ ਹੈ ਹੋਮ ਰੂਲ ਲੀਗ ਜਾਂ ਹੋਮ ਰੂਲ ਮੂਵਮੈਂਟ 1915। ਕਿੰਨੇ ਸ਼ੁਰੂ ਕੀਤੀ ਸੀ? ਤਾਂ ਐਨੀ ਬਸੰਤ ਨੇ ਤੇ ਬਾਲ ਗੰਗਾਧਰ ਤਿਲਕ ਨੇ। ਹੁਣ ਇਹ ਐਨੀ ਬਸੰਤ ਕੌਣ ਸੀ? ਐਨੀ ਬਸੰਤ ਆਇਰਲੈਂਡ ਦੀ ਇੱਕ ਲੇਡੀ ਸੀ। ਇਸ ਨੂੰ ਫਸਟ ਲੇਡੀ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਵੀ ਕਿਹਾ ਜਾਂਦਾ ਹੈ। ਕਈ ਵਾਰ ਐਵੇਂ ਕੁਐਸਚਨ ਆਉਂਦਾ ਹੈ, ਹੂ ਵਾਜ਼ ਦਾ ਫਸਟ ਵੂਮਨ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ, ਬਟ ਇਹ ਇੰਡੀਅਨ ਨਹੀਂ ਸੀ, ਇਹ ਆਇਰਲੈਂਡ ਦੀ ਸੀ। ਇਹਨੇ ਔਰ ਬਾਲ ਗੰਗਾਧਰ ਤਿਲਕ ਨੇ ਹੋਮ ਰੂਲ ਜਿਹੜੀ ਲੀਗ ਹੈ ਜਾਂ ਮੂਵਮੈਂਟ ਆ ਉਹਦੀ ਸ਼ੁਰੂਆਤ ਕੀਤੀ ਸੀ। ਤਿਲਕ ਨੇ ਹੋਮ ਰੂਲ ਲੀਗ ਸ਼ੁਰੂ ਕੀਤੀ ਸੀ April 16 ਬੇਲਗਾਉਂ ਕਰਨਾਟਕਾ ਦੇ ਵਿੱਚ। ਐਨੀ ਬਸੰਤ ਨੇ ਸ਼ੁਰੂ ਕੀਤੀ ਸੀ ਸਤੰਬਰ 1916 ਮਦਰਾਸ ਦੇ ਵਿੱਚ। ਦੋਨਾਂ ਦੇ ਆਬਜੈਕਟਿਵ ਆਲਮੋਸਟ ਸੇਮ ਸੀ ਦੋਨਾਂ ਦੇ, ਲੇਕਿਨ ਇੱਕ ਗੱਲ ਤੁਸੀਂ ਯਾਦ ਰੱਖਣਾ, ਦੋਨਾਂ ਦਾ ਟਾਰਗੇਟ ਜਿਹੜਾ ਆਬਜੈਕਟਿਵ ਇਹ ਸੀ ਕਿ ਦੇਸ਼ ਆ ਜਿਹੜਾ ਭਾਰਤ ਦੇਸ਼ ਆ ਉਹਨੂੰ ਸਟਰੋਂਗ ਹੋਵੇ, ਕਿਉਂਕਿ ਇਹੀ ਐਨੀ ਬਸੰਤ ਦਾ ਐਕਚੁਅਲ ਚ ਆਈਡੀਆ ਸੀਗਾ। ਐਨੀ ਬਸੰਤ ਤੋਂ ਪ੍ਰਭਾਵਿਤ ਹੋ ਕੇ ਬਾਲ ਗੰਗਾਧਰ ਤਿਲਕ ਨੇ ਸ਼ੁਰੂ ਕੀਤੀ ਹੈ। ਮੇਨ ਜਿਹੜਾ ਆਬਜੈਕਟਿਵ ਇਹ ਸੀਗੀ, ਦੇਸ਼ ਹੈ ਜਿਹੜਾ ਉਹ ਆਪਣੇ ਖੁਦ ਤੇ ਸਟੈਂਡ ਹੋਵੇ, ਆਪਣੇ ਪੈਰਾਂ ਤੇ ਸਟੈਂਡ ਹੋਵੇ, ਇਨ ਦਾ ਸੈਂਸ ਕਿ ਦੇਸ਼ ਦੇ ਵਿੱਚ ਜੋ ਚੀਜ਼ ਆਲਰੇਡੀ ਬਣ ਰਹੀ ਹੈ ਉਹਨੂੰ ਅਸੀਂ ਯੂਜ਼ ਕਰੀਏ, ਹੋਮ ਦੇ ਵਿੱਚ ਬਣ ਰਹੀਆਂ ਚੀਜ਼ਾਂ ਨੂੰ ਯੂਜ਼ ਕਰੀਏ, ਠੀਕ ਹੈ। ਦੋਨਾਂ ਦੇ ਆਬਜੈਕਟਿਵ ਸੇਮ ਹੈ, ਠੀਕ ਹੈ। ਔਰ ਜਿਹੜੀ ਇਸੇ ਹੋਮ ਰੂਲ ਲੀਗ ਦਾ ਬੈਨੀਫਿਟ ਇਹ ਹੁੰਦਾ ਹੈ ਕਿ ਇਹ ਫਾਈਨਲੀ 1916 ਦੇ ਵਿੱਚ ਹੈ ਜਿਹੜੇ ਉਹ ਕਾਂਗਰਸ ਨੂੰ ਯੂਨਾਈਟ ਕਰਾਉਣ ਦੇ ਵਿੱਚ ਖਾਸ ਯੋਗਦਾਨ ਇਹਨਾਂ ਦਾ ਰਹਿੰਦਾ ਹੈ, ਕਿ ਇਹ ਹੋਮ ਰੂਲ ਲੀਗ ਨੂੰ ਜਦੋਂ ਬੜਾਵਾ ਦਿੰਦੇ ਆ, ਕਹਿੰਦੇ ਆ ਵੀ ਹੁਣ ਤੁਸੀਂ ਇਕੱਠੇ ਹੋਵੋ, ਸਾਰੇ ਦੇਸ਼ ਦੇ ਵਿੱਚ ਬਣ ਰਹੀਆਂ ਚੀਜ਼ਾਂ ਨੂੰ ਅੱਗੇ ਲੈ ਕੇ ਆਓ, ਦੇਸ਼ ਦੀਆਂ ਚੀਜ਼ਾਂ ਨੂੰ ਹੀ ਪਹਿਲ ਦਿਓ, ਵੀ ਆਪਾਂ ਬਾਈਕਾਟ ਕਰਾਂਗੇ ਫੋਰਨ ਦੀਆਂ ਚੀਜ਼ਾਂ ਨੂੰ, ਆਪਾਂ ਸਵਦੇਸ਼ੀ ਚੀਜ਼ਾਂ ਨੂੰ ਅਪਣਾਵਾਂਗੇ, ਦੇਸ਼ ਦੀ ਤਰੱਕੀ ਵੱਲ ਲੈ ਕੇ ਜਾਵਾਂਗੇ। ਮੈਂ ਇਹਨਾਂ ਦੋਵਾਂ ਦੇ ਜਿਹੜੇ ਆਬਜੈਕਟਿਵ ਹੈ ਨਾ, ਕੁਝ ਇਹੋ ਜਿਹੇ ਆਬਜੈਕਟਿਵ ਸੀਗੇ ਕਿ ਦੇਸ਼ ਦੇ ਲਈ ਸੋਚਿਆ ਸੀ। ਤਾਂ ਉਹ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਫਾਈਨਲੀ ਹੈ ਜਿਹੜੇ 1916 ਦੇ ਵਿੱਚ ਹਿੰਦੂ ਮੁਸਲਿਮ ਵੀ ਇਕੱਠੇ ਹੋਏ ਆ, ਕਿਉਂਕਿ ਉਸ ਟਾਈਮ ਤੇ ਬਣੀ ਹੋਈ ਮੁਸਲਿਮ ਲੀਗ ਜਿਹੜੀ 1906 ਦੇ ਵਿੱਚ ਬਣੀ ਸੀਗੀ ਮੁਸਲਿਮ ਲੀਗ, ਉਹਨੇ ਵੀ ਸਮਰਥਨ ਕਰਨਾ ਸ਼ੁਰੂ ਕਰਤਾ ਸੀ 1916 ਦੇ ਵਿੱਚ, ਜਿਹਨੂੰ ਲਖਨਊ ਪੈਕਟ ਦਾ ਨਾਮ ਦਿੱਤਾ ਗਿਆ। ਆਪਾਂ ਅੱਗੋਂ ਡਿਸਕਸ ਕਰਾਂਗੇ। ਤਾਂ ਯਾਦ ਰੱਖਣਾ ਤੁਸੀਂ, ਹੋਮ ਲੀਗ ਹੈ ਜਿਹੜੀ, ਹੋਮ ਲੀਗ ਹੈ ਜਾਂ ਹੋਮ ਰੂਲ ਮੂਵਮੈਂਟ ਹੈ, ਦੋਨਾਂ ਦਾ ਸੈਲਫ ਗਵਰਨੈਂਸ ਇੰਡੀਆ ਦੇ ਵਿੱਚ ਅਟੇਨ ਕਰਨਾ ਇੱਕ ਆਬਜੈਕਟਿਵ ਸੀ, ਠੀਕ ਹੈ।
ਠੀਕ ਹੈ ਜੀ। ਤਾਂ ਇਹ ਆਪਣੇ ਕੋਲ 1915 ਤੱਕ ਹੈ। ਆਪਾਂ ਨੈਕਸਟ ਜਿਹੜਾ 1916 ਤੋਂ ਲੈ ਕੇ ਫਰਦਰ 8 ਜਾਂ 10 ਸਾਲ ਆ ਉਹ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਥੈਂਕ ਯੂ ਸੋ ਮਚ ਤੁਸੀਂ ਇਸ ਵੀਡੀਓ ਨੂੰ ਦੇਖਿਆ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ।